ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਦਿੱਲੀ ਦੇ ਵਿੱਚ ਮੌਜੂਦ ਹਾਂ ਤੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ। ਇੱਕ ਤੁਹਾਨੂੰ ਘਰ ਵਿਖਾਵਾਂਗੇ, ਬਿਲਕੁਲ ਪੰਜਾਬੀ ਮਾਹੌਲ ਹੈ। ਕਿੱਥੋਂ ਦੇ ਰਹਿਣ ਵਾਲੇ ਨੇ ਇਹ ਵੀ ਗੱਲਬਾਤ ਕਰਾਂਗੇ। ਬਿਲਕੁਲ ਫੌਜੀਆਂ ਦੀ ਤਰ੍ਹਾਂ ਟੈਂਟ ਜਿਹੜੇ ਨੇ ਲਗਾਏ ਹੋਏ ਨੇ, ਡਿਸ਼ ਟੀਵੀ ਅਰੇਂਜ ਹੈ, ਹਰ ਇੱਕ ਚੀਜ਼ ਘਰ ਵਰਗਾ ਜਿਹੜਾ ਮਾਹੌਲ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਘਰ ਵਰਗੀ ਰਸੋਈ ਵੀ ਹੈ, ਉਹ ਵੀ ਗੱਲਬਾਤ ਕਰਦੇ ਹਾਂ। ਕੈਮਰਾਮੈਨ ਨੂੰ ਕਹੂੰਗਾ ਅੱਗੇ ਦੀਆਂ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ ਕਿ ਕਿਸ ਤਰ੍ਹਾਂ ਜਿਹੜਾ ਘਰ ਵਰਗਾ ਮਾਹੌਲ ਕ੍ਰੀਏਟ ਕੀਤਾ ਗਿਆ, ਤਾਂ ਕਿ ਕਈ ਵਾਰ ਐਵੇਂ ਹੁੰਦਾ ਬਜ਼ੁਰਗਾਂ ਲਈ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਬਾਹਰ ਨਹੀਂ ਮਿਲਦੀਆਂ, ਉਹ ਘਰ ਹੀ ਮਿਲਦੀਆਂ। ਇਹ ਤਸਵੀਰਾਂ ਨੇ, ਵੇਖ ਪਾ ਰਹੇ ਹੋ ਤੁਸੀਂ, ਇਹ ਰਸੋਈ ਹੈ ਜਿੱਥੇ ਕਿ ਘਰ ਵਰਗਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕਰਦੇ ਆ। ਕੈਮਰਾਮੈਨ ਨੂੰ ਕਹੂੰਗਾ ਥੋੜੀ ਜਗ੍ਹਾ ਬਣਾ ਕੇ ਅੱਗੇ ਜਾਂਦੇ ਆ ਤਾਂ ਕਿ ਗੱਲਬਾਤ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ। ਦੇਖਿਓ ਭਾਜੀ, ਮੈਮ ਜੇ ਗੱਲ ਕੀਤੀ ਜਾਵੇ ਕਿੱਥੋਂ ਬਿਲੋਂਗ ਕਰਦੇ ਹੋ? ਪਹਿਲਾਂ मैं सानेवाल तो बिलोंग करती हूँ जी। हाँ जी, ਬਿਲਕੁਲ ਘਰ ਵਰਗਾ ਐਟਮੋਸਫੇਅਰ ਕ੍ਰੀਏਟ ਕੀਤਾ ਗਿਆ। ਅੱਗੇ 2-3 ਟੈਂਟ ਬਣਾਏ ਗਏ ਨੇ, ਟੀਵੀ ਦਾ ਪ੍ਰਬੰਧ ਹੈ, ਡਿਸ਼ ਹੈ, ਔਰ ਬਾਕਮਾਲ ਰਸੋਈ ਤਿਆਰ ਕੀਤੀ ਗਈ ਹੈ ਘਰ ਵਾਂਗ। हाँ जी बिल्कुल, क्योंकि हुण लड़ाई साडी लंबी है। सो खाना ਤੁਹਾਨੂੰ ਪਤਾ ਹੀ ਹੈ ਜੀ, ਪੰਜਾਬੀ ਹੈ ਤਾਂ ਪਿਆਰ ਵੰਡਦੇ ਆ। ਸੋ ਜਦੋਂ ਵੀ ਕੋਈ ਆਉਂਦਾ ਘਰ ਆਇਆਂ ਨੂੰ ਪਹਿਲਾਂ ਹੀ ਕਿਹਾ ਜਾਂਦਾ ਕਿ ਪਹਿਲਾਂ ਰੋਟੀ ਛਕੋ, ਪ੍ਰਸ਼ਾਦਾ ਛਕੋ, ਉਸ ਤੋਂ ਬਾਅਦ ਕੋਈ ਗੱਲ ਕਰਦੇ ਆ। ਸੋ ਰੋਟੀ ਪ੍ਰਸ਼ਾਦਾ ਆਪਦਾ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੇ 'ਚ ਕੋਈ ਬਿਮਾਰ ਨਾ ਹੋਵੇ, ਅਸੀਂ ਹੈਲਦੀ ਫੂਡ ਖਾਈਏ ਔਰ ਘਰ ਦਾ ਬਣਿਆ ਖਾਣਾ ਖਾਈਏ। ਸੋ ਮੇਰੇ ਹੋਰ ਵੀਰ ਭੈਣ ਭਰਾ ਜਿੰਨੇ ਵੀ ਨੇ ਜਾਂ ਬਜ਼ੁਰਗ ਨੇ, ਜਿਹੜੇ ਲੰਗਰ ਦੇ ਵਿੱਚ ਕਈ ਵਾਰ ਹੋ ਜਾਂਦਾ ਮਸਾਲੇ ਜ਼ਿਆਦਾ ਪੈ ਜਾਂਦੇ ਨੇ, ਜਾਂ ਲੰਗਰ ਦਾ ਖਾਣਾ ਚਲੋ ਵੈਸੇ ਤਾਂ ਗੁਰੂ ਦਾ ਲੰਗਰ ਹੈ, ਪਰ ਫਿਰ ਵੀ ਜਿਨ੍ਹਾਂ ਨੂੰ ਡਾਈਜੈਸਟ ਨਹੀਂ ਹੁੰਦਾ ਉਹ ਵੀਰ ਭੈਣ ਭਰਾ ਇੱਥੇ ਰੋਟੀ ਖਾ ਕੇ ਜਾਂਦੇ ਆ ਜੀ। ਆਈਡੀਆ ਕਿਵੇਂ ਆਇਆ ਕਿ ਆਪਣੀ ਰਸੋਈ ਤਿਆਰ ਕੀਤੀ ਜਾਵੇ? ਕਿ ਦੇਖਿਆ ਜਾਵੇ ਸੈਂਕੜੇ ਦੀ ਤਾਦਾਦ 'ਚ ਲੰਗਰ ਲੱਗੇ ਹੋਏ ਨੇ, ਇੰਨੇ ਲੰਗਰ ਨੇ। ਹਾਲਾਂਕਿ ਇਰਦ ਗਿਰਦ ਦੇ ਜਿਹੜੇ ਲੋਕ ਨੇ, ਹਰਿਆਣੇ ਜਾਂ ਹੋਰ ਗਰੀਬ ਲੋਕ ਨੇ, ਉਹ ਵੀ ਖਾ ਕੇ ਜਾਂਦੇ ਨੇ। ਇਹ ਆਈਡੀਆ ਕਿਵੇਂ ਹੋਇਆ? ਦੇਖੋ ਜੀ, ਕਿਰਤੀ ਮਾਂ ਪਿਓ ਦੇ ਧੀਆਂ ਪੁੱਤਾਂ, ਸੋ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਵਿੱਚ ਵਿਸ਼ਵਾਸ ਰੱਖਦੇ ਆ। ਸੋ ਉੱਥੇ ਲੰਗਰ ਹੋਰ 10 ਜਾਣੇ 20 ਜਾਣੇ ਹੋਰ ਖਾ ਜਾਣਗੇ, ਨੀਡੀ ਖਾ ਜਾਣਗੇ। ਅਸੀਂ ਆਪਦਾ ਲੰਗਰ ਆਪ ਪਕਾ ਕੇ ਖਾ ਸਕਦੇ ਹਾਂ ਕਿਉਂਕਿ ਮਿਹਨਤ ਕਰਨ 'ਚ ਵਿਸ਼ਵਾਸ ਰੱਖਦੇ ਹਾਂ। ਕਿੰਨੇ ਦਿਨ ਤੋਂ ਇੱਥੇ ਡਟੇ ਹੋਏ ਹੋ? ਸਟਿਲ ਅਸੀਂ ਜੀ ਇੱਥੇ 29 ਤਰੀਕ ਤੋਂ ਆ ਗਏ ਸੀਗੇ ਤੇ ਅੱਜ ਮੈਨੂੰ ਲੱਗਦਾ ਹੈ ਜੀ ਸਾਨੂੰ 38 ਕੁ ਦਿਨ ਹੋ ਗਏ ਇੱਥੇ ਆਏ ਨੂੰ। ਲੱਗ ਕੀ ਰਿਹਾ ਸਰਕਾਰ, ਜਾਂ ਜੇ ਗੱਲ ਕੀਤੀ ਜਾਵੇ ਸਰਕਾਰ ਦੀ ਜਾਂ ਕਿਸਾਨਾਂ ਦੀ, ਹੁਣ ਕਿਵੇਂ ਲੱਗ ਰਿਹਾ? ਕਿਉਂਕਿ ਸੰਘਰਸ਼ ਹੋਰ ਲੰਬਾ ਹੁੰਦਾ ਜਾ ਰਿਹਾ। ਪਿਛਲੀ ਮੀਟਿੰਗ ਬੇਸਿੱਟਾ ਹੀ ਰਹੀ ਸੀ। ਪਤਾ ਨਹੀਂ ਇਹਨਾਂ ਦੀਆਂ ਨੀਤੀਆਂ ਕੀ ਨੇ, ਮਾਰੂ ਨੀਤੀਆਂ ਨੇ, ਸਮਝ ਨਹੀਂ ਆਉਂਦੀ ਹੈਗੀ ਕਿ ਆਰਐਸਐਸ ਜਾਂ ਇਹ ਮੋਦੀ ਕੀ ਸੋਚ ਕੇ, ਮਤਲਬ ਆਪਾਂ ਕੀ ਕਵਾਂਗੇ ਕਿ ਕੀ ਸੋਚ ਹੈ ਇਹਨਾਂ ਦੀ, ਹੈ ਨਾ। ਅੰਨਦਾਤਾ ਨੂੰ ਪਿੱਛੇ ਕਿਉਂ ਕੀਤਾ ਜਾ ਰਿਹਾ? ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲਿਆਇਆ ਜਾ ਰਿਹਾ ਕਿ ਅਦਾਨੀ ਇਹ ਸਿਰਫ 2 ਹੀ ਪਰਿਵਾਰ ਇਹਨਾਂ ਨੂੰ ਮੇਨ ਚਾਹੀਦੇ ਨੇ, ਹੋਰ ਕੋਈ ਵੀ ਨਹੀਂ ਇਹਨਾਂ ਨੂੰ ਚਾਹੀਦਾ ਹੈਗਾ। ਸੋ ਜਿਹੜਾ ਇਹਦੀ ਧੌਣ 'ਚ ਕਹਿੰਦੇ ਆ ਨਾ ਕਿੱਲਾ ਲੱਗਿਆ ਹੋਇਆ, ਉਹ ਇਹਨੂੰ ਛੱਡ ਦੇਣਾ ਚਾਹੀਦਾ ਹੈ। ਕਿਉਂਕਿ ਬਜ਼ੁਰਗ ਦੇਖੋ ਕਿੰਨੇ ਤਸ਼ੱਦਦ ਸਹਿ ਰਹੇ ਨੇ। 2-3 ਦਿਨ ਤੋਂ ਬਾਰਿਸ਼ ਵੀ ਸੀਗੀ, ਕਿੰਨੀਆਂ ਲਾਸ਼ਾਂ ਪੰਜਾਬ ਨੂੰ ਮੁੜੀਆਂ ਨੇ, ਕਿੰਨੇ ਜਣੇ ਸ਼ਹੀਦ ਹੋ ਗਏ ਨੇ। ਸੋ ਸ਼ਰਮ ਦੀ ਗੱਲ ਹੈ ਵੀ ਇਹੋ ਜਿਹਾ ਪ੍ਰਧਾਨ ਮੰਤਰੀ ਹੈ ਜਿਹਨੂੰ ਜਨਤਾ ਦਾ ਜਾਂ ਜਿਹਨੂੰ ਕਹਾਂਗੇ ਕਿ ਦਰਦ ਸਮਝ ਹੀ ਨਹੀਂ ਆ ਰਿਹਾ ਹੈਗਾ। ਸੋ ਪ੍ਰਧਾਨ ਮੰਤਰੀ ਨੂੰ ਮੰਨਣਾ ਚਾਹੀਦਾ ਹੈ। ਵੈਸੇ ਇਹਦੇ ਮਨ ਕੀ ਬਾਤ ਅਸੀਂ ਸੁਣਨੀ ਮਨਾ ਕਰ ਦਿੱਤੀ ਹੈ ਤੇ ਇਹਨੂੰ ਅਸੀਂ ਪ੍ਰਧਾਨ ਮੰਤਰੀ ਵੀ ਨਹੀਂ ਮੰਨਦੇ ਹੈਗੇ ਜੇ ਇਹ ਨਹੀਂ ਐ ਕਰੂਗਾ। ਬਟ ਅਸੀਂ ਡਟੇ ਹੋਏ ਹਾਂ ਕਿਉਂਕਿ ਅਸੀਂ ਗੁਰੂ ਦੇ ਖਾਲਸੇ ਆ ਔਰ ਪੰਜਾਬੀ ਆ। ਅਸੀਂ ਪੰਜਾਬੀਅਤ ਨੂੰ ਸਲਾਮ ਕਰਦੇ ਹਾਂ, ਡਟੇ ਹੋਏ ਆ। ਔਰ ਜਦ ਤੱਕ ਇਹ ਨਹੀਂ ਮੰਨੂ, ਅਸੀਂ ਮਤਲਬ ਇੱਥੇ ਬੈਠੇ ਆ, ਅਸੀਂ ਆਪਣਾ ਕਾਲਾ ਕਾਨੂੰਨ ਵਾਪਸ ਕਰਵਾ ਕੇ ਹੀ ਜਾਣਾ ਹੈ। ਇੱਕ ਚੀਜ਼ ਹੈ ਡਿਸਕਸ ਕਰਨੀ ਚਾਹੁੰਦੇ ਹਾਂ, ਡਿਸਕਸ ਤੁਹਾਡੇ ਨਾਲ ਮੈਮ। ਅਰਬਨ ਏਰੀਆਜ਼ ਨੇ ਜੋ ਪੰਜਾਬ ਦੇ ਸ਼ਹਿਰ ਨੇ, ਤੁਸੀਂ ਸਾਨੇਵਾਲ ਤੋਂ ਬਿਲੋਂਗ ਕਰਦੇ ਆ। ਹਾਲਾਂਕਿ ਦੇਖਿਆ ਜਾਵੇ ਜ਼ਿਆਦਾਤਰ ਪਿੰਡੂ ਤਬਕਾ ਇੱਥੇ ਬੈਠਾ, ਕਿਉਂਕਿ ਬੇਸਿਕ ਇੰਡੀਆ ਪਿੰਡਾਂ 'ਚ ਹੀ ਹੈ। ਜੇ ਪੂਰੇ ਭਾਰਤ ਜਾਂ ਬੇਸਿਕ ਇੰਡੀਆ ਦੀ ਗੱਲ ਕੀਤੀ ਜਾਵੇ, ਅਰਬਨ ਏਰੀਆਜ਼ ਦੇ ਲੋਕ ਨੇ, ਉੱਥੋਂ ਦੀਆਂ ਔਰਤਾਂ, ਮਹਿਲਾਵਾਂ, ਮਾਤਾਵਾਂ, ਭੈਣਾਂ, ਕੁੜੀਆਂ, ਉਹਨਾਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ, ਇੱਥੇ ਆਉਣਾ ਚਾਹੀਦਾ। ਕਿਉਂਕਿ ਦੇਖਿਆ ਜਾਵੇ ਕਿਸਾਨ ਆਪਣੇ ਘਰ ਰੋਟੀ ਪੈਦਾ ਕਰਕੇ ਖਾ ਸਕਦਾ, ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ। ਉਸ ਤੋਂ ਬਾਅਦ ਅਗਰ ਜੇ ਕੋਈ ਰਿਐਕਸ਼ਨ ਹੁੰਦਾ ਤਾਂ ਅਰਬਨ ਏਰੀਆਜ਼ 'ਤੇ ਹੀ ਹੁੰਦਾ। ਆਉਣਾ ਚਾਹੀਦਾ ਹੈ। ਜਿਹੜੀਆਂ ਵੂਮੈਨ, ਵਰਕਿੰਗ ਵੂਮੈਨ ਨੇ, ਉਹ ਬਜਟ ਬਣਾਉਂਦੀਆਂ ਨੇ ਆਪਣੀ ਰਸੋਈ ਦਾ। ਦੇਖੋ ਮੈਂ ਰਸੋਈ ਅੱਜ ਬਣਾਈ ਆ ਤਾਂ ਬਜਟ ਬਣਾਉਂਦੀਆਂ ਨੇ, ਆਹ ਚੀਜ਼ ਇੰਨੇ ਦੀ, ਆਹ ਚੀਜ਼ ਇੰਨੇ ਦੀ, ਤਾਂ ਸ਼ਾਇਦ ਉਹਨਾਂ ਨੂੰ ਅੰਨਦਾਤਾ ਦਾ ਦੁੱਖ ਸਮਝ ਆਉਂਦਾ ਹੋਊਗਾ। ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਆ ਰਹੀਆਂ, ਬਟ ਉਹਨਾਂ ਨੂੰ ਆਉਣਾ ਚਾਹੀਦਾ ਹੈ। ਕਿਉਂਕਿ ਰਸੋਈ ਚਲਾਉਣ ਵਾਲੀ ਕਲਮ ਤਲਵਾਰ ਆਫਿਸ ਚਲਾ ਸਕਦੀ ਹੈ, ਤੇ ਰਸੋਈ ਚਲਾਉਣ ਵਾਲੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੰਨ ਕੀ ਹੈ, ਉਹਦਾ ਸਤਿਕਾਰ ਕੀ ਹੈ। ਤਾਂ ਉਹਨਾਂ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਆਉਣਾ ਚਾਹੀਦਾ ਹੈ। ਕਿਉਂਕਿ ਉਹੀ ਗੱਲ ਹੈ ਨਾ, ਰਸੋਈ ਚਲਾਉਣ ਵਾਲੀ ਨੂੰ ਅੰਨਦਾਤਾ ਦਾ ਦਰਦ ਪਤਾ ਹੁੰਦਾ ਹੈ। ਜੇ ਬਜਟ ਬਣਾਉਂਦੀਆਂ ਨੇ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਇਹ ਲੜਾਈ ਅੰਨਦਾਤਾ ਲੜ ਰਿਹਾ, ਇਹਨਾਂ ਦਾ ਉਹਨਾਂ ਦੀ ਰਸੋਈ 'ਤੇ ਕਿੰਨਾ ਕੁ ਫਰਕ ਪੈਣ ਵਾਲਾ ਹੈ। ਜਿਹੜੀ ਚੀਜ਼ ਜੇ ਅੰਨਦਾਤਾ ਨੇ ਹੱਲ ਚਲਾਉਣਾ ਬੰਦ ਕਰਤਾ ਨਾ, ਤਾਂ ਉਹਨਾਂ ਦੀ ਰਸੋਈ 'ਤੇ ਸਭ ਤੋਂ ਵੱਡਾ ਤਾਲਾ ਉਹਨਾਂ ਦੀ ਰਸੋਈ 'ਤੇ ਲੱਗਣਾ ਹੈ। ਕਿਉਂਕਿ ਜੇ ਕਹਿੰਦੇ ਆ ਨਾ, ਜੇ
ਧੀ ਮਾਰੋਗੇ ਤਾਂ ਨੂੰ ਕਿੱਥੋਂ ਲਿਆਉਂਗੇ, ਤੇ ਜੇ ਆਹੀ ਸਾਡੀ ਜ਼ਮੀਨ ਹੀ ਗਹਿਣੇ ਚਲੇਗੀ, ਜੇ ਸਾਡੀ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਅੰਨ ਕਿੱਥੋਂ ਲਿਆਵਾਂਗੇ, ਖਾਵਾਂਗੇ ਕਿੱਥੋਂ। ਸੋ ਭੈਣਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਆ। ਮੈਂ ਅਰਬਨ ਤੋਂ ਆ, ਮੈਂ ਹੈ ਤਾਂ ਵੈਸੇ ਪਿੰਡ ਤੋਂ ਹੀ, ਪਰ ਮੈਨੂੰ ਇਹ ਲੜਾਈ ਸਮਝ ਆਈ ਹੈ। ਸੋ ਦੈਟ ਮੈਂ ਬਜ਼ੁਰਗਾਂ ਦੇ ਨਾਲ, ਮੇਰੇ ਕਿਸਾਨ ਵੀਰਾਂ ਦੇ ਨਾਲ, ਮੇਰੇ ਪਿਓ ਨਾਲ ਮੈਂ ਬੈਠੀ ਆ। ਬੇਸਿਕਲੀ ਕੀ ਕਰਦੇ ਹੋ? ਹਾਊਸ ਵਾਈਫ ਹੀ ਆ ਜੀ, ਘਰ ਹੀ ਕੰਮ ਕਰਦੇ ਆ। ਪਰ ਪਿਓ, ਪੂਰੀ ਫੈਮਿਲੀ ਪਹੁੰਚੀ? ਹਾਂਜੀ, ਮੇਰੇ ਮਦਰ ਕੱਲ ਗਏ ਨੇ ਬਿਕੋਜ਼ ਉਹਨਾਂ ਦੀ ਹੈਲਥ ਠੀਕ ਨਹੀਂ ਸੀਗੀ, ਬਟ ਉਹ ਵੀ 36 ਦਿਨ ਇੱਥੇ ਲੱਗ ਗਏ ਨੇ। ਉਹਨਾਂ 2-3 ਦਿਨ ਤੋਂ ਬਾਅਦ ਫਿਰ ਆ ਜਾਣਾ ਹੈ। ਕਿਸਾਨ ਦੀ ਧੀ ਆ ਜੀ, ਕਿਸਾਨ ਦਾ ਦਰਦ ਸਮਝ ਆਉਂਦਾ ਹੈ, ਤਾਂ ਕਰਕੇ ਇੱਥੇ ਬੈਠੀ ਆ। ਰਸੋਈ ਦਾ ਕੀ ਮਿਲ ਜਾਂਦਾ ਇੱਥੇ ਖਾਣ ਨੂੰ, ਜੇ ਗੱਲ ਕੀਤੀ ਜਾਵੇ? ਵੈਸੇ ਸਾਨੂੰ ਕਹਿੰਦੇ ਸੀਗੇ ਇਵੈਂਟ ਕਰਨ ਆਏ ਨੇ ਪੀਜ਼ਾ 버ਗਰ, ਬਟ ਅਸੀਂ, ਸਾਡੀ ਰਸੋਈ 'ਚ ਮੈਗੀ ਖਾਣੀ ਹੋਵੇ, ਸਾਡੀ ਰਸੋਈ 'ਚ ਪਿੰਨੀਆਂ, ਰਸ, ਬਿਸਕਿਟ, ਕੌਫੀ, ਚਾਹ, ਦੁੱਧ, ਦੇਸੀ ਘਿਓ, ਹਰ ਇੱਕ ਚੀਜ਼ ਹੈ। ਈਵਨ ਕਿ ਘਰ ਦਾ ਪਾਇਆ ਅਚਾਰ ਔਰ ਧਰਨੇ ਦਾ ਅਚਾਰ ਵੀ ਹੈ, ਕਿਉਂਕਿ ਸਾਡੇ ਕੋਲ ਅਦਰਕ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ। ਸੋ ਅਸੀਂ ਉਹਨੂੰ ਸੁੱਟਣ ਦੀ ਬਜਾਏ, ਕਹਿੰਦੇ ਹੁੰਦੇ ਨੇ ਵੀ ਅੰਨ ਦਾ ਸਤਿਕਾਰ ਕਰਨਾ, ਸਿੱਟਿਆ ਨਹੀਂ ਹੈਗਾ, ਉਹਦਾ ਅਸੀਂ ਅਦਰਕ ਦਾ ਅਚਾਰ ਪਾ ਲਿਆ। ਸੋ ਸਾਡੀ ਰਸੋਈ ਦੇ ਵਿੱਚ ਦੇਸੀ ਘਿਓ ਤੋਂ ਲੈ ਕੇ ਪਿੰਨੀਆਂ ਤੋਂ ਲੈ ਕੇ ਹਰ ਇੱਕ ਚੀਜ਼ ਹੈ। ਦੱਸ ਦੇਣਾ ਚਾਹੁੰਦਾ ਦਰਸ਼ਕਾਂ ਨੂੰ, ਅਸੀਂ ਵੀ ਇੱਥੇ ਹੀ ਥੋੜੀ ਦੇਰ ਪਹਿਲਾਂ ਨਾਸ਼ਤਾ ਕੀਤਾ, ਬਿਲਕੁਲ ਘਰ ਵਰਗੇ ਪਰੌਂਠੇ ਮੈਂ ਤੇ ਮੇਰੇ ਕੈਮਰਾਮੈਨ ਵਿੱਕੀ ਨੇ ਖਾਦੇ ਨੇ। ਹੋਰ ਵੀ ਗੱਲਬਾਤ ਕਰਦੇ ਹਾਂ। ਭਾਜੀ ਤੁਸੀਂ ਵੀ ਨਾਸ਼ਤਾ ਕੀਤਾ, ਕਿਵੇਂ ਫੀਲ ਹੋਇਆ? ਬਹੁਤ ਵਧੀਆ ਜੀ। ਪਹਿਲੀ ਗੱਲ ਤਾਂ ਜੀ ਘਰ ਦੀ ਰੋਟੀ ਆ ਜਿਹੜੀ ਹੈ ਇੱਥੇ ਸਾਨੂੰ ਮਿਲਦੀ ਪਈ ਹੈ। ਸਵੇਰ ਸ਼ਾਮ ਆਉਣਾ, ਇੱਥੇ ਆਉਣ ਕੇ ਛੱਕ ਕੇ ਜਾਣਾ। ਦੀਦੀ ਇਹਨਾਂ ਨੇ ਆਪਦੇ ਹੱਥੀਂ ਪਕਾ ਕੇ ਦੇਣੀ ਤਾਜੀ ਰੋਟੀ ਖਾ ਕੇ, ਜਿਹੜਾ ਕਹਿ ਲਈਏ ਵੀ ਇੱਥੋਂ ਜ਼ਿਆਦਾਤਰ ਇਹੀ ਹੁੰਦਾ ਨੇ, ਜਿਵੇਂ ਹੁਣ ਆਪਾਂ ਨੂੰ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ, ਵੀ ਆਪਾਂ ਬਾਹਰ ਦਾ ਖਾਣਾ ਖਾਵਾਂਗੇ ਤਾਂ ਅਸੀਂ ਮਤਲਬ ਬਿਮਾਰ ਹੋ ਸਕਦੇ ਹਾਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਸਾਨੂੰ ਰੋਟੀ ਜਿਹੜੀ ਹੈ ਦੇ ਰਿਹਾ ਬਹੁਤ ਵਧੀਆ ਹੈ, ਤੇ ਨਾਲੇ ਅਸੀਂ ਆਦੀ ਵਧੀਆ ਹੈਲਦੀ ਫੂਡ ਜਿਹੜਾ ਇੱਥੇ ਖਾ ਰਹੇ ਹਾਂ। ਇਸ ਵੇਲੇ ਦਾ ਮਾਹੌਲ ਕੀ ਹੈ, ਕਿਵੇਂ ਲੱਗਦਾ, ਗੱਲਾਂ ਕੀ ਹੁੰਦੀਆਂ ਬੈਠ ਕੇ? ਜੇ ਗੱਲ ਕੀਤੀ ਜਾਵੇ, ਸਟੇਜ ਇੱਥੋਂ ਕਾਫੀ ਦੂਰ ਹੈ, ਸਟੇਜ ਤੇ ਕੀ ਵਾਪਰਦਾ ਤੁਹਾਨੂੰ ਨਹੀਂ ਪਤਾ ਲੱਗਦਾ, ਪਰ ਬੈਠ ਕੇ ਆਮ ਗੱਲਾਂ ਕੀ ਹੁੰਦੀਆਂ, ਕੀ ਕਰਿਆ ਜਾਵੇ, ਕਿਵੇਂ ਦਾ ਹੁੰਦਾ, ਅੱਗੇ ਦੇ ਹਾਲਾਤ ਕੀ ਨੇ? ਸਵੇਰੇ ਉੱਠ ਕੇ ਜੀ ਪਹਿਲਾਂ ਤਾਂ ਸਾਰਿਆਂ ਨਾਲ ਵਿਚਾਰ ਸਾਂਝੇ ਕਰੀਦੇ ਆ ਕਿ ਰਾਤ ਕੀ ਹੋਇਆ, ਆਲੇ ਦੁਆਲੇ ਸਾਰਾ ਕੁਝ ਠੀਕ ਹੈ, ਕਿਉਂਕਿ ਬਜ਼ੁਰਗ ਹੈ, ਸੋ ਠੰਡ ਬਹੁਤ ਜ਼ਿਆਦਾ, ਹਰ ਇੱਕ ਦਾ ਧਿਆਨ ਰੱਖਿਆ ਜਾਂਦਾ। ਉਸ ਤੋਂ ਬਾਅਦ ਡਿਸਕਸ ਹੁੰਦਾ ਹੈ ਕਿ ਸਟੇਜ ਤੇ ਕੀ ਚੱਲ ਰਿਹਾ, ਕਿਉਂਕਿ ਨੈਟ ਜਿਹਦਾ ਵੀ ਚੱਲਦਾ ਜਾਂ ਮੇਰਾ ਜੋ ਵੀ ਭੈਣ ਭਰਾ ਬਾਹਰੋਂ ਆਉਂਦਾ, ਉਹ ਡਿਸਕਸ ਕਰਦੇ ਆ। ਖਾਣਾ ਖੁਣਾ ਖਾਣ ਤੋਂ ਬਾਅਦ ਫਿਰ ਇਹ ਡਿਸਕਸ ਹੁੰਦਾ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਇਹ ਮੰਨ ਜਵੇ ਤੇ ਸਾਰੇ ਹੀ ਆਪਣੇ ਖੁਸ਼ੀਆਂ ਖੇੜੇ ਲੈ ਕੇ ਇੱਥੋਂ ਵਾਪਸ ਜਾਂਦੇ ਰਹਿਣ। ਸੋ ਸਟੇਜ ਚਾਹੇ ਸਾਤੋਂ ਦੂਰ ਹੈ, ਪਰ ਹਰ ਇੱਕ ਭੈਣ ਭਰਾ ਨਾਲ ਜੁੜਿਆ ਹੋਇਆ। ਸੋ ਇਹ ਪਿੰਡ ਵਰਗਾ, ਇੱਕ ਪੰਜਾਬ ਵਰਗਾ ਹੀ ਮਾਹੌਲ ਹੈ। ਹਰ ਇੱਕ ਦੇ ਦੁੱਖ ਸੁੱਖ 'ਚ ਸਾਂਝੇ ਹੁੰਦੇ ਆ। ਤੋਂ ਸਵੇਰ ਤੋਂ ਸ਼ਾਮ ਤੋਂ ਲੈ ਕੇ ਹਰ ਇੱਕ ਦੀ ਤਕਲੀਫ ਦਾ ਇੱਥੇ ਕਹਿੰਦੇ ਆ ਵੀ ਦਰਦ ਵੰਡਾਇਆ ਜਾਂਦਾ ਹੈ, ਦੁੱਖ ਤਕਲੀਫ ਸਮਝੀ ਜਾਂਦੀ ਹੈ। ਸੋ ਚਾਹੇ ਸਟੇਜ ਦੂਰ ਹੈ, ਪਰ ਗਤੀਵਿਧੀਆਂ ਦਾ ਪੂਰਾ ਇੱਥੇ ਸ਼ਾਮ ਤੱਕ ਡਿਸਕਸ ਕੀਤਾ ਜਾਂਦਾ। ਕੀ ਫੈਸਿਲਿਟੀਆਂ ਤੁਸੀਂ ਕ੍ਰੀਏਟ ਕੀਤੀਆਂ ਇੱਥੇ ਪੂਰੇ ਆਪਣੇ ਯੂਨਿਟ ਦੇ ਵਿੱਚ, ਸਾਡੇ ਤੁਹਾਡੇ ਪਿੰਡ 'ਚ? ਸਾਡੇ ਪਿੰਡ 'ਚ ਜੀ ਇੱਥੇ ਵਾਸ਼ਰੂਮ ਵੀ ਹੈਗਾ, ਕੱਪੜੇ ਧੋਣ ਵਾਲੀ ਮਸ਼ੀਨ ਥੋੜੀ ਅੱਗੇ ਲਾਈ ਹੋਈ ਹੈ ਸਾਡੀ। ਅੱਜ ਅਸੀਂ LED ਵਗੈਰਾ, ਡਿਸ਼ TV ਵਗੈਰਾ ਦਾ ਅਰੇਂਜਮੈਂਟ ਕੀਤਾ ਹੋਇਆ ਹੈ। ਸੋ ਗਰਮ ਪਾਣੀ ਦਾ, ਠੰਡੇ ਪਾਣੀ ਦਾ, ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ। ਸਫਾਈ ਦਾ ਖਾਸ ਕਰਕੇ ਅਸੀਂ ਧਿਆਨ ਰੱਖਦੇ ਹਾਂ, ਕਿਉਂਕਿ ਬਹੁਤ ਦਿਨਾਂ ਤੋਂ ਬੈਠੇ ਹਾਂ। ਸੋ ਲੰਬਾ ਚੱਲਣਾ ਹੈ, ਕੋਈ ਭੈਣ ਭਰਾ ਬਿਮਾਰ ਨਾ ਹੋਵੇ। ਸੋ ਸਫਾਈ ਦਾ ਧਿਆਨ ਹੈ, ਖਾਣ ਪੀਣ ਦਾ ਹਰ ਇੱਕ ਚੀਜ਼ ਦਾ ਪੂਰਾ ਪ੍ਰਬੰਧ ਹੈ। ਕੋਈ ਦਿੱਕਤ ਪੇਸ਼ ਆ ਰਹੀ ਹੈ ਇੱਥੇ? ਨਹੀਂ, ਬਸ ਦਿੱਕਤ ਪੇਸ਼ ਨਹੀਂ ਆ ਰਹੀ। ਦਿੱਕਤ ਇੱਕ ਹੀ ਪੇਸ਼ ਆ ਰਹੀ ਹੈ ਵੀ ਕਾਲੇ ਕਾਨੂੰਨੇ ਵਾਪਸ ਲੈ ਲਏ ਤੇ ਅਸੀਂ ਆਪਦੇ ਘਰੇ, ਆਪਦੇ ਬੱਚਿਆਂ 'ਚ, ਆਪਦੇ ਪਰਿਵਾਰ 'ਚ ਜਾਂਦੇ ਰਹੀਏ। ਮੋਦੀ ਸਾਹਿਬ ਜਾਂ ਸਰਕਾਰ, ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੱਤੇ ਨਹੀਂ ਖੋਲ ਰਹੇ ਆਪਣੇ। ਠੀਕ ਹੈ, ਗੱਲ ਕੀਤੀ ਜਾਂਦੀ ਹੈ ਕਿਸਾਨਾਂ ਦੇ ਨਾਲ ਕਿ ਇੱਕ ਪੁਆਇੰਟ ਤੇ ਪੁਆਇੰਟ ਟੂ ਪੁਆਇੰਟ ਗੱਲ ਕੀਤੀ ਜਾਵੇ, ਕਾਨੂੰਨ ਰੱਦ ਕਰਨ ਦੀ ਗੱਲ ਨਹੀਂ ਹੁੰਦੀ। ਸਿਰਫ ਪੱਤੇ ਨਾ ਖੋਲ ਰਹੇ ਆ, ਟਾਈਮ ਟਪਾ ਰਹੇ ਆ ਕਿ ਥੱਕ ਜਾਣ, ਘਰ ਨੂੰ ਚਲੇ ਜਾਣ। ਪਰ ਅਸੀਂ ਥੱਕਣ ਵਾਲੇ ਨਹੀਂ ਹੈਗੇ। ਬੜੇ ਸੰਘਰਸ਼ ਲੰਬੇ ਪੰਜਾਬੀਆਂ ਨੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ ਕਿ ਜਦੋਂ ਜ਼ੁਲਮ ਵੱਧ ਜਾਂਦਾ ਹੈ ਨਾ, ਤਾਂ ਉਹਦੇ ਖਿਲਾਫ ਲੜਨਾ ਸਿੱਖੋ। ਡਟੇ ਹੋਏ ਆ। ਦੇਖੋ, ਇਹਨਾਂ ਨੇ ਇਹ ਤਾਂ ਮੰਨਿਆ ਨਾ ਕਿ ਇਹਨਾਂ ਨੇ ਕਾਨੂੰਨ ਗਲਤ ਬਣਾਏ ਨੇ। ਸੋ ਆਪਣੀ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ। ਸ਼ਾਇਦ ਸੱਤਾ ਇਹਨਾਂ ਨੂੰ ਦੁਬਾਰਾ ਅਸੀਂ ਦੇ ਦਈਏ ਜਾਂ ਅਸੀਂ ਆਪਣੇ ਹੱਥਾਂ ਤੇ ਚੱਕ ਲਈਏ। ਇਹਨਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਜੀ ਸਾਡਾ ਈਗੋ ਇਹ ਹੋ ਜੂ। ਨਹੀਂ ਜੀ, ਇਹਨਾਂ ਨੂੰ ਇਹ ਪਤਾ ਹੈ ਕਿ ਇਹਨਾਂ ਨੇ ਕਾਨੂੰਨ ਗਲਤ ਬਣਾਏ ਨੇ। ਸੋ ਇਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਨੇ। ਇਹਨਾਂ ਨੂੰ ਆਪਣਾ, ਉਹ ਕਹਿੰਦੇ ਹੁੰਦੇ, ਨੂੰ ਛੱਡ ਦੇਣਾ ਚਾਹੀਦਾ ਹੈ। ਕੱਲ ਟਰੈਕਟਰ ਮਾਰਚ ਹੈ, 26 ਤਰੀਕ ਨੂੰ ਟਰੈਕਟਰ ਪਰੇਡ ਦੀ ਗੱਲ ਵੀ ਕਹੀ ਜਾ ਰਹੀ ਹੈ ਗਣਤੰਤਰ ਦਿਵਸ ਤੇ। ਜ਼ਰੂਰ ਕੱਢਾਂਗੇ ਜੀ, ਟਰੈਕਟਰ ਮਾਰਚ ਜ਼ਰੂਰ ਕੱਢਾਂਗੇ। ਔਰ ਕਈ ਮੇਰੇ ਭੈਣ ਭਰਾ ਕਹਿੰਦੇ ਨੇ ਜੀ ਇਹ ਖਾਲਿਸਤਾਨੀ ਨੇ ਜੀ, ਜੇ ਝੰਡਾ ਨਹੀਂ ਲਾਉਣਾ। ਨਹੀਂ ਜੀ, ਸਾਨੂੰ ਸਾਡਾ ਦੇਸ਼ ਪਿਆਰਾ ਹੈ। ਅਸੀਂ ਸਾਰੇ ਦੇਸ਼ ਦਾ ਸੋਚਦੇ ਹਾਂ। ਸ਼ਾਇਦ ਸਾਡੇ ਲਈ ਤਾਂ ਸਾਡੀ ਸੋਧ ਕਰ ਹੀ ਰਿਹਾ ਸੀਗਾ। ਸਾਨੂੰ ਸਾਡਾ ਦੇਸ਼ ਪਿਆਰਾ ਹੈ, ਅਸੀਂ ਕੋਈ ਖਾਲਿਸਤਾਨੀ ਨਹੀਂ ਹੈਗੇ। ਸਿਰਫ ਸਾਡੀ ਮੰਗ ਆ ਕਿਸਾਨੀ ਮੁੱਦਾ। ਸੋ ਅਸੀਂ ਕਿਸਾਨੀ ਦੇ ਲਈ ਟਰੈਕਟਰ ਕਿਸਾਨੀ ਨਾਲ ਜੁੜਿਆ ਹੋਇਆ। ਸੋ ਤਾਂ ਕਰਕੇ ਅਸੀਂ ਟਰੈਕਟਰ ਮਾਰਚ ਕੱਲ ਕੱਢਾਂਗੇ। ਬਹੁਤ ਮਿਹਰਬਾਨੀ। ਕੈਮਰਾਮੈਨ ਨੂੰ ਕਹੂੰਗਾ ਅੱਗੇ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦਾ ਜਿਹੜਾ ਬਾਹਰ ਦਾ ਮਾਹੌਲ ਹੈ। ਅੱਗੇ ਤਸਵੀਰਾਂ ਵਿਖਾਉਂਦੇ ਆ। ਵਿੱਕੀ ਨੂੰ ਕਹਾਂਗਾ ਕਿ ਜਿਹੜੀਆਂ ਬਾਹਰ ਦੀਆਂ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਉਹ ਕਰਦੇ ਆ। ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਪਿੰਡ, ਇੱਕ ਯੂਨਿਟ ਟਾਈਪ ਜਿਹੜਾ ਇੱਥੇ ਬਣਿਆ ਹੋਇਆ। ਅੱਗੇ ਬੈਠੇ ਨੇ ਵੀਰ, ਟੈਂਟ ਦੇ ਵਿੱਚ ਕੀ ਫੈਸਿਲਿਟੀਆਂ ਨੇ ਵਿਖਾਉਂਦੇ ਆ ਤੁਹਾਨੂੰ। ਕੈਮਰਾਮੈਨ ਨੂੰ ਕਹੂੰਗਾ ਅੱਗੇ ਜਾ ਕੇ ਜਿਹੜੀਆਂ ਤਸਵੀਰਾਂ ਉਹ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ
ਜਿਹੜਾ ਇਸ ਵੇਲੇ ਇੱਥੇ ਇੱਕ ਪਿੰਡ ਕ੍ਰੀਏਟ ਕੀਤਾ ਗਿਆ ਹੈ। ਹਰ ਇੱਕ ਫੈਸਿਲਿਟੀ ਹੈ ਜਿਹੜੀ ਇੱਥੇ ਪ੍ਰੋਵਾਈਡ ਕੀਤੀ ਗਈ ਹੈ। ਕਾਫੀ ਦਿਨ ਤੋਂ ਜਿਹੜੇ ਲੋਕ ਬੈਠੇ ਨੇ। ਸਭ ਤੋਂ ਵੱਡੀ ਗੱਲ ਹੈ ਰਸੋਈ ਤਿਆਰ ਕੀਤੀ ਹੈ ਘਰ ਦੇ ਲਈ, ਘਰ ਵਰਗਾ ਖਾਣਾ, ਤਾਂ ਕਿ ਜਿਹੜੇ ਲੋਕ ਨੇ ਉਹ ਬਿਮਾਰ ਨਾ ਹੋਣ। ਹੋਰ ਸਾਡੇ ਵੀਰ ਬੈਠੇ ਨੇ, ਗੱਲਬਾਤ ਕਰਦੇ ਆ। ਭਾਜੀ ਕਿਵੇਂ ਲੱਗਦਾ ਹੈ ਸਰਕਾਰ ਬੇਹੱਦ ਅੜੀਅਲ ਹੈ? ਸਰਕਾਰ ਬੇਹੱਦ ਅੜੀਅਲ ਤਾਂ ਕਿਸਾਨ ਵੀ ਘੱਟ ਨਹੀਂ। ਅਸੀਂ ਆਪਦੀ ਜਾਇਜ਼ ਮੰਗ ਹੈ ਸਾਡੀ, ਅਸੀਂ ਕੋਈ ਧੱਕਾ ਨਹੀਂ ਕਰ ਰਹੇ ਔਰ ਆਪਦਾ ਸ਼ਾਂਤੀ ਪ੍ਰਿਆ ਬੈਠ ਕੇ ਆਪਦਾ ਅੰਦੋਲਨ ਕਰ ਰਹੇ ਹਾਂ। ਔਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਇੱਥੋਂ ਵਾਪਸ ਨਹੀਂ ਜਾਵਾਂਗੇ। ਤੁਸੀਂ ਦੇਖ ਹੀ ਲਿਆ, ਅਸੀਂ ਆਪਦਾ ਘਰ ਵਸਾਉਣਾ ਸ਼ੁਰੂ ਕਰਤਾ, ਆਪਣਾ ਪਿੰਡ ਵਸਾ ਲਿਆ। ਪਿੰਡ ਵਸਾਤਾ ਜੀ, ਆਪਦੇ ਘਰ ਬਣਾਤੇ। ਹੋਰ ਦੇਖਦੇ ਹਾਂ ਜੇ ਕੋਈ 10-20 ਦਿਨ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਫਿਰ ਗਰਮੀ ਦਾ ਬੰਦੋਬਸਤ ਕਰਦੇ ਹਾਂ। ਏਸੀ ਲਾਉਣੇ ਪੈਣਗੇ, ਫਿਰ ਮਕਾਨ ਬਣਾਵਾਂਗੇ ਪੱਕੇ ਆਪਦੇ। ਹੋਰ ਕੀ ਕਰਾਂਗੇ? ਮਤਲਬ ਸਿਆਲ 'ਚ ਸਰਦੀ ਦਾ ਕੰਮ ਸਰਦੀ ਦਾ ਬੰਦੋਬਸਤ ਸਾਡਾ ਪੂਰਾ। ਦੇਖੋ ਤੁਸੀਂ ਦੇਖੋ ਲਾ ਲਿਆ ਅਸੀਂ ਆਪਦੇ, ਡਿਸ਼ ਲਾ ਲਏ, ਵਾਸ਼ ਬੇਸ਼ਨ ਲਾ ਲਏ, ਬਾਥਰੂਮ ਬਣਾ ਲਏ, ਕਿਚਨ ਬਣਾ ਲਈ, ਸਾਰਾ ਪ੍ਰੋਪਰ। ਦੇਖੋ ਤੁਸੀਂ ਟੈਂਟ ਲਾ ਲਏ, ਅਸੀਂ ਆਪਦੇ ਬੈਠੇ ਆ। ਕੋਈ ਨਹੀਂ ਸਾਨੂੰ ਕੋਈ ਭਾਜੀ ਗਰਮੀ ਦੀ ਕਿਵੇਂ ਜਿਹੜੀ ਹੈ ਸਿਸਟਮ ਚਲਾਉਂਗੇ? ਜੇ ਲੱਗਦਾ ਕੰਮ ਲੰਬਾ ਹੁੰਦਾ, ਲੱਗਦਾ ਗਰਮੀ ਦਾ ਵੀ ਫਿਰ ਜੁਗਾੜ ਫਿੱਟ ਹੋਊਗਾ ਜੀ? ਹਾਂਜੀ ਏਸੀ ਲਾ ਲਾਂਗੇ। ਕੀ ਹੈ, ਏਸੀ ਲਾ ਲਾਂਗੇ, ਫ੍ਰਿਜ ਵਗੈਰਾ ਹੈ ਉਹ ਮੰਗਾ ਲਾਂਗੇ। ਹੋਰ ਕੀ ਹੈ, ਏਸੀ ਲਾ ਲਾਂਗੇ। ਇਹਨਾਂ ਦੇ ਟੈਂਟਾਂ ਦੀ ਜਗ੍ਹਾ ਕਮਰੇ ਬਣਾ ਦੇਾਂਗੇ। ਕਿਵੇਂ ਦੇਖਦੇ ਹੋ ਘਰ ਵਰਗਾ ਮਾਹੌਲ ਬਣਾਇਆ? ਕਹਿੰਦੇ ਹੁਣ ਜੇ ਹੋਰ ਲੰਬਾ ਚੱਲਦਾ ਦਿਖਿਆ ਤਾਂ ਏਸੀ ਦਾ ਪ੍ਰਬੰਧ ਵੀ ਕਰਿਆ ਜਾਊਗਾ, ਫ੍ਰਿਜ ਲਿਆਵਾਂਗੇ, ਮਤਲਬ ਵਧੀਆ ਤਰੀਕੇ ਨਾਲ ਆਪਣਾ ਸੈਟਅਪ ਰਹੂਗਾ। ਹਾਂਜੀ ਬਿਲਕੁਲ ਪੂਰੇ ਤਿਆਰ ਹੋ? ਬਿਲਕੁਲ ਤਿਆਰ ਹਾਂ ਜੀ। ਲੱਗਦਾ ਕੀ ਹੈ ਸਰਕਾਰ ਆਪਣੇ ਲੋਕਾਂ ਦੀ ਕਿਉਂ ਨਹੀਂ ਸੁਣਦੀ? ਤੁਸੀਂ ਵੀ ਤਾਂ ਭਾਰਤ ਦੇ ਹੋ, ਇੰਡੀਆ ਦੇ ਹੋ। ਬਸ ਜੀ ਏਦਾਂ ਹੀ ਆ, ਆਪਾਂ ਦੇਖ ਹੀ ਰਹੇ ਹਾਂ ਕਿੰਨੀ ਦੇਰ ਤੋਂ ਲੋਕ ਸਹੀ ਜਾਂਦੇ ਸੀਗੇ ਇਹਨਾਂ ਦਾ ਜ਼ੁਲਮ। ਹੁਣ ਲੋਕਾਂ ਨੇ ਇਸ ਚੀਜ਼ ਦੀ ਪਹਿਚਾਣ ਕਰ ਲਈ ਹੈ ਵੀ ਜ਼ਿਆਦਾ ਹੀ ਧੱਕਾ ਹੋ ਰਿਹਾ, ਇਸ ਕਰਕੇ ਨਹੀਂ, ਕਿਸਾਨ ਨਹੀਂ ਬਰਦਾਸ਼ਤ ਕਰਨਗੇ, ਅਸੀਂ ਨਹੀਂ ਬਰਦਾਸ਼ਤ ਕਰਾਂਗੇ ਹੁਣ। ਭਾਜੀ ਸਾਡੇ ਕਿਸਾਨ ਵੀ ਇੱਥੇ ਲੰਗਰ ਚੱਲਦੇ ਨੇ, ਇਰਦ ਗਿਰਦ ਦੇ ਬਹੁਤ ਲੋਕ ਨੇ ਜਿਹੜੇ ਖਾ ਕੇ ਜਾਂਦੇ ਨੇ। ਬੇਹੱਦ ਪਿਆਰ ਦੇ ਨਾਲ ਸਾਡੇ ਲੋਕ ਲੰਗਰ ਚੁਕਾਉਂਦੇ ਨੇ ਸਾਨੂੰ। ਉਹ ਕਹਿੰਦੇ ਨੇ ਅਸੀਂ ਅੱਤਵਾਦੀ ਹਾਂ। ਨਹੀਂ ਜੀ, ਦੇਖੋ ਇਹ ਬਾਬੇ ਨਾਨਕ ਦਾ 20 ਰੁਪਈਆਂ ਦਾ ਲੰਗਰ ਸ਼ੁਰੂ ਕੀਤਾ ਹੋਇਆ। ਇਹ ਸਦਾ ਹੀ ਜਿੱਥੇ ਸਾਡਾ ਨਿਸ਼ਾਨ ਝੂਲਦਾ ਹੈ ਸਿੱਖ ਧਰਮ ਦਾ, ਜਿੱਥੇ ਸਾਡੇ ਨਿਸ਼ਾਨ ਸਾਹਿਬ ਲੱਗਿਆ ਹੋਊਗਾ ਉੱਥੇ ਰਹਿਣ ਦਾ ਪ੍ਰਬੰਧ ਤੇ ਖਾਣ ਦਾ ਪ੍ਰਬੰਧ ਪੱਕਾ ਮਿਲੂਗਾ ਕਿਤੇ ਵੀ। ਇਹ ਤਾਂ ਚਲੋ ਅੱਜ ਇੱਥੇ ਅੰਦੋਲਨ ਹੈ, ਉਹ ਗੱਲ ਵੱਖਰੀ ਹੈ, ਲੇਕਿਨ ਕਿਤੇ ਵੀ ਜਾਓ ਤੁਸੀਂ ਆਲ ਵਰਲਡ 'ਚ ਜਿੱਥੇ ਸਾਡਾ ਸਿੱਖ ਧਰਮ ਦਾ ਨਿਸ਼ਾਨ ਲੱਗਿਆ ਹੋਇਆ, ਨਿਸ਼ਾਨ ਸਾਹਿਬ ਝੂਲਦਾ, ਉੱਥੇ ਰਹਿਣ ਦਾ ਔਰ ਖਾਣ ਦਾ ਪ੍ਰਬੰਧ ਪੱਕਾ ਮਿਲੂਗਾ ਲੰਗਰ। ਮੈਨੂੰ ਕਹੂੰਗਾ ਅੱਗੇ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਕਿ ਦੇਖੋ, ਹਾਲਾਂਕਿ ਬਾਰਿਸ਼ ਹੋਈ ਹੈ, ਥੋੜਾ ਸਿਸਟਮ ਜ਼ਰੂਰ ਖਰਾਬ ਹੋਇਆ ਹੋਊਗਾ, ਪਰ ਜੇ ਗੱਲ ਕੀਤੀ ਜਾਵੇ ਤਾਂ ਅੰਦਰ LCD LED ਜਾਂ ਹੋਰ ਹਰ ਤਰ੍ਹਾਂ ਦਾ ਬਾਹਰ ਡਿਸ਼ ਲੱਗੀ ਹੋਈ ਆ ਕਿ ਕੋਈ ਦਿੱਕਤ ਨਾ ਆਵੇ। ਹਰ ਤਰ੍ਹਾਂ ਦਾ ਜਿਹੜਾ ਘਰ ਵਰਗਾ ਮਾਹੌਲ ਹੈ ਉਹ ਵਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ। ਕੋਈ ਦਿੱਕਤ ਕਹਿੰਦੇ ਪੇਸ਼ ਨਹੀਂ ਆਊਗੀ। ਗਰਮੀਆਂ ਦਾ ਸਰਦੀਆਂ ਦਾ ਦੇਖੋ ਅੱਗੇ ਨਿਕਲ ਰਹੀਆਂ ਨੇ, ਗਰਮੀਆਂ ਦਾ ਪਲੇਟਫਾਰਮ ਫਿੱਟ ਕਰਨ ਦੀ ਤਿਆਰੀ ਹੈ। ਮਤਲਬ ਲੱਗਦਾ ਜੇ 10-20 ਦਿਨ ਹੋਰ ਲੰਘ ਗਏ ਤਾਂ ਗਰਮੀ ਵਾਲਾ ਸਿਸਟਮ ਤਿਆਰ ਕਰਨਾ ਕਰ ਦਿਆਂਗੇ ਜੀ, ਸ਼ੁਰੂ ਕਰ ਦਿਆਂਗੇ, ਕੋਈ ਨਹੀਂ। ਤਿਆਰ ਆ ਸਾਡਾ, ਅਸੀਂ ਆਪਦੇ ਫਿਰ ਬਿਲਡਿੰਗ ਬਣਾਉਣੀ ਸ਼ੁਰੂ ਕਰ ਲਾਂਗੇ, ਆਪਦੇ ਕਮਰੇ ਬਣਾਵਾਂਗੇ ਫਿਰ, ਕਿਉਂਕਿ ਟੈਂਟਾਂ 'ਚ ਤਾਂ ਫਿਰ ਨਹੀਂ ਚੱਲਣਾ, ਠੀਕ ਹੈ ਨਾ। ਏਸੀ ਫਿਰ ਕਰਾਂਗੇ ਬੰਦੋਬਸਤ। ਬਹੁਤ ਮਿਹਰਬਾਨੀ। ਸੋ ਇਹ ਤੁਹਾਨੂੰ ਅਸੀਂ ਲਗਾਤਾਰ ਜਿਹੜੀ ਇੱਕ ਸਾਡੀ ਕਵਰੇਜ ਹੈ ਕਿਸਾਨੀ ਅੰਦੋਲਨ ਤੇ ਲਗਾਤਾਰ ਜਾਰੀ ਹੈ। ਇੱਕ ਪਿੰਡ ਟਾਈਪ ਇੱਕ ਕਿਸਾਨ ਨੇ ਜਿਹੜਾ ਕਿ ਦੇਖ ਪਾ ਰਹੇ ਹੋ। ਅੱਗੇ ਕਹੂੰਗਾ ਇੱਕ ਵਾਰ ਅੰਦਰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਵਿਖਾਈਆਂ ਜਾਣ। ਹਰ ਇੱਕ ਚੀਜ਼ ਆਟਾ ਗੁੰਨਿਆ ਜਾ ਰਿਹਾ ਹੈ। ਸੋ ਘਰ ਦੀ ਰਸੋਈ ਹੈ, ਜਿਹੜਾ ਆਮ ਲੋਕ ਨੇ ਉਹ ਆ ਕੇ ਖਾਣਾ ਖਾ ਸਕਦੇ ਨੇ। ਗੱਲਬਾਤ ਕਰਦੇ ਆ ਭਾਜੀ, ਖੜੇ ਹੋ ਕੇ ਗੱਲ ਕਰੀਏ। ਹਾਂਜੀ ਜ਼ਰੂਰ ਭਾਈ ਆਈਡੀਆ ਕਿਵੇਂ ਆਇਆ ਇਹ ਸਾਰਾ? ਕਿਉਂ ਦੇਖਿਆ ਜਾਵੇ ਤਾਂ ਬਾਰਿਸ਼ ਨੇ ਵੀ ਬਹੁਤ ਦਿੱਕਤ ਕਰੀ ਹੈ। ਅੰਦਰ ਟੀਵੀ ਲਗਾਤੇ, ਡਿਸ਼ਾਂ ਲਾਤੀਆਂ, ਘਰ ਵਰਗਾ ਰੋਟੀ ਅਸੀਂ ਵੀ ਖਾਧੀ। ਇਹ ਸਾਡਾ ਘਰ ਹੀ ਆ ਹੁਣ। ਸਾਨੂੰ ਪਤਾ ਨਹੀਂ ਸੰਘਰਸ਼ ਕਿੰਨਾ ਟਾਈਮ ਲੰਮਾ ਚੱਲਣਾ। ਅਸੀਂ ਉਹਦੇ ਹਿਸਾਬ ਨਾਲ ਜੋ ਸਾਡੀਆਂ ਲੋੜੀਂਦੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਤੇ ਅਸੀਂ ਉਹ ਆਪਦੀਆਂ ਇੱਥੇ ਲੈ ਆਂਦੀਆਂ। ਔਰ ਇਹ ਮੈਂ ਕੈਂਪਿੰਗ ਕਰਦਾ ਰਹਿਣਾ, ਸਮਾਨ ਸਾਡੇ ਕੋਲੇ ਆਪਦਾ ਹੈਗਾ ਔਰ ਐਕਸਪੀਰੀਅੰਸ ਹੈਗਾ ਮੈਨੂੰ ਇਹਨਾਂ ਚੀਜ਼ਾਂ ਦਾ। ਔਰ ਬਾਰਿਸ਼ ਦਾ ਸਾਡੇ ਕੋਈ ਅੰਦਰ ਪਾਣੀ ਨਹੀਂ ਗਿਆ, ਅਸੀਂ ਪਹਿਲਾਂ ਅਰੇਂਜਮੈਂਟ ਕੀਤਾ ਹੋਇਆ ਸੀਗਾ। ਔਰ ਜੋ ਸਾਨੂੰ ਚੀਜ਼ ਚਾਹੀਦੀ ਅਸੀਂ ਆਪਦੀ ਲੈ ਕੇ ਆਏ ਹਾਂ। ਜਿਹੜਾ ਪਹਿਲਾ ਤਜਰਬਾ ਹੈ ਉਹ ਇੱਥੇ ਕਾਊਂਟ ਕੀਤਾ ਗਿਆ, ਮੈਨੂੰ ਲੱਗਦਾ ਕਿ ਫਾਇਦਾ ਹੋ ਗਿਆ ਉਸ ਚੀਜ਼ ਦਾ ਬਹੁਤ। ਬਿਲਕੁਲ ਜੀ, ਮੇਰੇ ਲਈ ਇੱਕ ਨਾਰਮਲ ਜੀ ਗੱਲ ਸੀਗੀ ਇਹ, ਬਟ ਜਿਹੜਾ ਕੋਈ ਆ ਕੇ
ਫਸਟ ਟਾਈਮ ਤੰਬੂ 'ਚ ਰਹਿੰਦਾ ਉਹ ਥੋੜਾ ਜਿਹਾ ਐਕਸਾਈਟਡ ਜ਼ਰੂਰ ਹੁੰਦਾ ਪਰ ਮੈਂ ਲੰਮੇ ਸਮੇਂ ਤੋਂ ਕੈਂਪਿੰਗ ਕਰਦਾ ਰਹਿਣਾ ਤੇ ਇਹ ਮੇਰਾ ਆਪਦਾ ਐਕਸਪੀਰੀਅੰਸ ਸੀਗਾ ਮੈਨੂੰ ਪਤਾ ਸੀਗਾ ਇੱਥੇ ਕੀ ਚੀਜ਼ਾਂ ਦੀ ਲੋੜ ਪੈ ਸਕਦੀ ਅਸੀਂ ਉਹਦੇ ਮੁਤਾਬਕ ਆਪਦਾ ਸਾਰਾ ਕੁਝ ਨਾਲ ਲੈ ਕੇ ਆਏ ਸੀ ਲੰਬਾ ਚੱਲ ਸਕਦਾ ਉਹਦੇ ਲਈ ਰੈਡੀ ਹੋ? ਅਸੀਂ ਕੀਤਾ ਹੋਇਆ ਅਰੇਂਜਮੈਂਟ ਸਾਰਾ ਜੀ ਲੰਬਾ ਚੱਲਦਾ ਲੱਗਦਾ ਸਾਨੂੰ ਜੇ ਚੱਲੂਗਾ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਵਾਸ਼ ਬੇਸਨ ਪਿਆ ਸਾਡਾ ਯੂਰੀਨਲ ਵੀ ਲਾਇਆ ਹੋਇਆ ਵਾਸ਼ਰੂਮ 'ਚ ਪ੍ਰੋਪਰ ਸਾਡੀ ਫਿਟਿੰਗ ਕੀਤੀ ਹੋਈ ਆ ਟੂਟੀਆਂ ਦੀ ਅਸੀਂ ਆਪਦਾ ਸਾਰਾ ਸੈਟਅਪ ਲੈ ਕੇ ਚੱਲੇ ਹੋਏ ਆ ਤੇ ਕੋਈ ਦਿੱਕਤ ਨਹੀਂ ਹੈ ਤੁਹਾਡੇ ਸਾਥੀ ਕਹਿੰਦੇ ਅਸੀਂ ਜੇ ਹੋਰ ਗੱਲ ਵਿਗੜਦੀ ਦਿਖੀ ਤਾਂ ਗਰਮੀ ਵਾਲਾ ਕੰਮ ਵੀ ਫਿੱਟ ਕਰ ਲਾਂਗੇ। ਉਹ ਵੀ ਸਾਰਾ ਕੁਝ ਸਾਡੇ ਕੋਲੇ ਓਕੇ ਹੈ ਜੀ ਇਹਦੇ ਅਸੀਂ ਅੰਦਰ ਸ਼ੀਟਾਂ ਲਾ ਲਾਂਗੇ ਔਰ ਪੋਰਟੇਬਲ ਏਸੀ ਸਾਡੇ ਕੋਲੇ ਹੈਗੇ ਆ ਤੇ ਸਾਰਾ ਕੋਈ ਦਿੱਕਤ ਨਹੀਂ ਹੈ ਹਰ ਚੀਜ਼ ਜ਼ਿਹਨ 'ਚ ਲੈ ਕੇ ਚੱਲ ਰਹੇ ਹੋ? ਬਿਲਕੁਲ ਜੀ ਬੜੀ ਪੇਸ਼ੈਂਸ ਆ ਪੰਜਾਬੀਆਂ 'ਚ ਅਸੀਂ ਬੜੇ ਠਰਮੇ ਨਾਲ ਇੱਥੇ ਬੈਠੇ ਹੋਏ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਰਾ ਰਾਸ਼ਨ ਵੀ ਅਸੀਂ ਲੈ ਕੇ ਆਏ ਆ ਪਿੱਛੇ ਸਾਡੇ ਵੀਰ ਜਿਹੜੇ ਪਿੰਡਾਂ 'ਚ ਬੈਠੇ ਆ ਉੱਥੋਂ ਜੋ ਚੀਜ਼ ਸਾਨੂੰ ਚਾਹੀਦੀ ਹੁੰਦੀ ਹੈ ਅਸੀਂ ਉੱਥੋਂ ਮੰਗਵਾ ਲੈਂਦੇ ਆ ਸਾਡੇ ਤੱਕ ਪਹੁੰਚ ਕਰ ਰਹੇ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਵਾਪਸੀ ਨਹੀਂ? ਬਿਲਕੁਲ ਨਹੀਂ ਜਾਵਾਂਗੇ ਜੀ ਅਸੀਂ ਹਰਿਆਣੇ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਇੱਥੇ ਸਾਨੂੰ ਜਿਹੜੀਆਂ ਹੋਰ ਰੂਟੀਨ 'ਚ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹ ਸਾਨੂੰ ਇੱਥੇ ਪ੍ਰੋਵਾਈਡ ਕਰਵਾ ਰਹੇ ਆ ਔਰ ਅਸੀਂ ਲੰਮੇ ਸਮੇਂ ਤੱਕ ਵੀ ਬੈਠਣਾ ਪਿਆ ਤਾਂ ਅਸੀਂ ਬੈਠਾਂਗੇ। ਠੀਕ ਹੈ, ਬਹੁਤ ਮਿਹਰਬਾਨੀ। ਸੋ ਇਹ ਦੇਖਿਆ ਤੁਸੀਂ ਪਿੰਡ ਵਰਗਾ ਜਿਹੜਾ ਮਾਹੌਲ ਹੈ ਇੱਥੇ ਕ੍ਰੀਏਟ ਕੀਤਾ ਗਿਆ ਹੈ ਬਿਲਕੁਲ ਹਰ ਘਰ ਦੀ ਰਸੋਈ ਘਰ ਵਰਗਾ ਮਾਹੌਲ ਔਰ ਭਾਈ ਸਾਹਿਬ ਸਰਦੀਆਂ ਦੀ ਤਾਂ ਗੱਲ ਚੱਲ ਹੀ ਰਹੀ ਹੈ ਗਰਮੀਆਂ ਲਈ ਵੀ ਤਿਆਰ ਨੇ ਕਿ ਅਗਰ ਸਰਕਾਰ ਨਹੀਂ ਮੰਨਦੀ ਤਾਂ ਸਾਡਾ ਗਰਮੀਆਂ ਦਾ ਜਿਹੜਾ ਪ੍ਰੋਜੈਕਟ ਵੀ ਹੋਊਗਾ ਏਸੀ ਫਰਿੱਜ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਉਹ ਇੱਥੇ ਮੁਹੱਈਆ ਕਰਾਈ ਜਾਊਗੀ। ਕੈਮਰਾਮੈਨ ਵਿੱਕੀ ਦੇ ਨਾਲ ਗਗਨ ਸ਼ੁਕਲਾ, ਵੀ ਦਿੱਲੀ।